ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਹੈ ਹਿਮਾਂਸ਼ੂ ਦੱਤਾ ਅਤੇ ਮੈਂ ਬਿਲੋਂਗ ਕਰਦਾ ਹਾਂ ਪੰਜਾਬ ਸਟੇਟ ਤੋਂ। ਅਤੇ ਮੇਰਾ ਕਿੱਤਾ ਹੈ ਟੀਚਿੰਗ ਦਾ ਅਤੇ ਮੈਂ ਇੰਗਲਿਸ਼ ਪੜ੍ਹਾਉਣਾ ਹੈ। ਮੇਰਾ YouTube ਚੈਨਲ ਵੀ ਹੈ, ਬਟ ਇਹ ਪਰਟੀਕੂਲਰ ਚੈਨਲ ਜਿਹੜਾ ਦੂਸਰਾ ਚੈਨਲ ਹੈ ਇਹ ਮੈਂ ਸਿਰਫ ਔਰ ਸਿਰਫ ਕਵਿਤਾਵਾਂ ਲਈ ਮਤਲਬ ਬਣਾ ਰਿਹਾ ਹਾਂ। ਦੈਨ ਆਈ ਐਮ ਗੋਇੰਗ ਟੂ ਡੂ ਵਟ ਕਿ ਮੈਂ ਇਹਦੇ ਉੱਤੇ ਸਭ ਨੂੰ ਪਹਿਲੀ ਪੋਇਮ ਜਿਹੜੀ ਹੈ ਉਹ ਆਪਣੇ ਕਿਸਾਨ ਵੀਰਾਂ ਨੂੰ ਡੈਡੀਕੇਟ ਕਰਨਾ ਚਾਹੁੰਦਾ ਹਾਂ। ਅਤੇ ਇਹਦਾ ਰੀਜ਼ਨ ਇਹ ਵੀ ਹੈ ਕਿ ਇਹ ਮੁਹਿੰਮ ਜਿਹੜੀ ਹੋਰ ਗੂੜ੍ਹੀ ਹੋ ਜਾਵੇ, ਤਾਂ ਕਿ ਜਿੰਨੇ ਜਾਣੇ ਮੇਰੇ ਨਾਲ ਜੁੜੇ ਹੋਏ ਗਾਹਾਂ ਜਾ ਕੇ ਹੋਰ ਜੁੜਨ ਅਤੇ ਉਸ ਚੀਜ਼ ਨੂੰ ਸਮਝਣ ਕਿ ਕਿਸਾਨ ਬੇਵਕੂਫ ਨਹੀਂ ਹੈ ਜਿਹੜੇ ਉੱਥੇ ਬੈਠੇ ਨੇ, ਅਤੇ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਗੱਲ ਕਿ ਅਸਲ 'ਚ ਕਿਸਾਨ ਹੈ ਕੀ ਹੈ। ਸੋ ਇਸ ਪਰਟੀਕੂਲਰ ਪੋਇਮ ਦਾ ਜਿਹੜਾ ਟੈਗ ਲਾਈਨ ਹੈ ਉਹ ਕੀ ਹੈ ਕਿ ਉਹ ਇੱਕ ਕਿਸਾਨ ਹੈ। ਉਹਦੇ ਨਾਲ ਹੀ ਨਾਲ ਆਪਾਂ ਗਾਹਾਂ ਦੀ ਜਿਹੜੀ ਸਾਰੀ ਗੱਲ ਹੈ ਕਰਾਂਗੇ। ਪਹਿਲੀ ਮੇਰੀ ਕਵਿਤਾ ਕਿਸਾਨਾਂ ਲਈ ਡੈਡੀਕੇਟ ਕਰ ਰਿਹਾ ਹਾਂ, ਇਹ ਰਹੀ ਤੁਹਾਡੇ ਸਾਹਮਣੇ। ਉਹ ਇੱਕ ਕਿਸਾਨ ਹੈ, ਉਹ ਇੱਕ ਕਿਸਾਨ ਹੈ ਜੋ ਖੁਦ ਮਿੱਟੋ ਮਿੱਟੀ ਹੋ ਪਾਲਦਾ ਜਹਾਨ ਹੈ। ਉਹ ਇੱਕ ਕਿਸਾਨ ਹੈ ਜੋ ਖੁਦ ਮਿੱਟੋ ਮਿੱਟੀ ਹੋ ਪਾਲਦਾ ਜਹਾਨ ਹੈ। ਸਰਕਾਰਾਂ ਬੇਕਦਰੀਆਂ ਦੀਆਂ ਝੱਲਦਾ ਮਹਾਨ ਹੈ। ਉਹ ਇੱਕ ਕਿਸਾਨ ਹੈ। ਅੱਜ ਦੀਆਂ ਕੁਝ ਬੀਬੀਆਂ ਰਾਜਨੀਤੀਆਂ ਬਣਾਉਣ ਜੋ, ਅੱਜ ਦੀਆਂ ਕੁਝ ਬੀਬੀਆਂ ਰਾਜਨੀਤੀਆਂ ਬਣਾਉਣ ਜੋ, ਮਾਵਾਂ ਅਨਮੋਲ ਦਾ ਕੌਡੀ ਦਾ ਮੁੱਲ ਪਾਉਣ ਜੋ। ਅੱਜ ਦੀਆਂ ਕੁਝ ਬੀਬੀਆਂ ਰਾਜਨੀਤੀਆਂ ਬਣਾਉਣ ਜੋ, ਮਾਵਾਂ ਅਨਮੋਲ ਦਾ ਕੌਡੀ ਦਾ ਮੁੱਲ ਪਾਉਣ ਜੋ। ਦਿਲਜੀਤ ਜਿਹੇ ਵੀਰਾਂ ਨੇ ਬੰਦ ਕਰਤੀ ਜ਼ੁਬਾਨ ਹੈ, ਕਿਉਂਕਿ ਮੁੱਦਾ ਕੋਈ ਆਮ ਨਹੀਂ, ਸਾਡੀਆਂ ਮਾਵਾਂ ਦਾ ਸਨਮਾਨ ਹੈ। ਅੱਜ ਦੀਆਂ ਕੁਝ ਬੀਬੀਆਂ ਰਾਜਨੀਤੀਆਂ ਬਣਾਉਣ ਜੋ, ਮਾਵਾਂ ਅਨਮੋਲ ਦਾ ਕੌਡੀ ਦਾ ਮੁੱਲ ਪਾਉਣ ਜੋ। ਦਿਲਜੀਤ ਜਿਹੇ ਵੀਰਾਂ ਨੇ ਬੰਦ ਕਰਤੀ ਜ਼ੁਬਾਨ ਹੈ, ਕਿਉਂਕਿ ਮੁੱਦਾ ਕੋਈ ਆਮ ਨਹੀਂ, ਸਾਡੀਆਂ ਮਾਵਾਂ ਦਾ ਸਨਮਾਨ ਹੈ। ਭਾਰਤ ਬਣਿਆ ਅਮੀਰ ਕਿਵੇਂ, ਇਹ ਕਿਸਾਨੀ ਦਾ ਅਹਿਸਾਨ ਹੈ। ਭਾਰਤ ਬਣਿਆ ਅਮੀਰ ਕਿਵੇਂ, ਇਹ ਕਿਸਾਨੀ ਦਾ ਅਹਿਸਾਨ ਹੈ। ਉਹ ਇੱਕ ਕਿਸਾਨ ਹੈ ਜੋ ਖੁਦ ਮਿੱਟੋ ਮਿੱਟੀ ਹੋ ਪਾਲਦਾ ਜਹਾਨ ਹੈ। ਉਹ ਇੱਕ ਕਿਸਾਨ ਹੈ ਜਿਹਨੂੰ ਸੜਕਾਂ 'ਤੇ ਰੋਲ ਕੇ ਸਰਕਾਰ ਕਰ ਰਹੀ ਨੁਕਸਾਨ ਹੈ। ਉਹ ਇੱਕ ਕਿਸਾਨ ਹੈ ਜਿਹਨੂੰ ਸੜਕਾਂ 'ਤੇ ਰੋਲ ਕੇ ਸਰਕਾਰ ਕਰ ਰਹੀ ਨੁਕਸਾਨ ਹੈ। ਜੋ ਇਕੋਨਮੀ ਨੂੰ ਵਧਾਉਂਦਾ ਜਾਂ ਜੋ ਇਕੋਨਮੀ ਨੂੰ ਚੁੱਕਦਾ ਅੱਜ ਪਹੁੰਚਦਾ ਸ਼ਮਸ਼ਾਨ ਹੈ। ਉਹ ਇੱਕ ਕਿਸਾਨ ਹੈ ਜਿਹਨੂੰ ਸੜਕਾਂ 'ਤੇ ਰੋਲ ਕੇ ਸਰਕਾਰ ਕਰ ਰਹੀ ਨੁਕਸਾਨ ਹੈ। ਜੋ ਇਕੋਨਮੀ ਨੂੰ ਚੁੱਕਦਾ ਅੱਜ ਪਹੁੰਚਦਾ ਸ਼ਮਸ਼ਾਨ ਹੈ। ਕਸੂਰ ਸਿਰਫ ਇੰਨਾ ਹੈ ਕਿ ਉਹ ਇੱਕ ਕਿਸਾਨ ਹੈ। ਜ਼ਰਾ ਸੋਚ ਕੇ ਤੁਸੀਂ ਦੇਖੋ ਜਦੋਂ ਬੰਦਾ ਅਸਲ 'ਚ ਬੰਦਾ ਬਣਿਆ। ਜ਼ਰਾ ਸੋਚ ਕੇ ਤੁਸੀਂ ਦੇਖੋ ਜਦੋਂ ਬੰਦਾ ਅਸਲ 'ਚ ਬੰਦਾ ਬਣਿਆ। ਕੋਈ ਸਰਕਾਰ ਨਹੀਂ ਸੀ, ਕੋਈ ਕਾਰ ਨਹੀਂ ਸੀ, ਕੋਈ ਸਰਕਾਰ ਨਹੀਂ ਸੀ। ਬੰਦੇ ਜਿਹੇ ਜਾਨਵਰ ਤੋਂ ਇਨਸਾਨ ਕਿਵੇਂ ਜਣਿਆ। ਜ਼ਰਾ ਸੋਚ ਕੇ ਤੁਸੀਂ ਦੇਖੋ ਬੰਦਾ ਅਸਲ 'ਚ ਬੰਦਾ ਕਿਵੇਂ ਬਣਿਆ। ਕੋਈ ਕਾਰ ਨਹੀਂ ਸੀ, ਕੋਈ ਸਰਕਾਰ ਨਹੀਂ ਸੀ, ਬੰਦੇ ਜਿਹੇ ਜਾਨਵਰ ਤੋਂ ਇਨਸਾਨ ਕਿਵੇਂ ਬਣਿਆ। ਦੁਨੀਆ ਚਲਾਉਣ ਲਈ ਇਨਸਾਨ ਬਣਿਆ ਕਿਸਾਨ ਹੈ। ਦੁਨੀਆ ਚਲਾਉਣ ਲਈ ਇਨਸਾਨ ਬਣਿਆ ਕਿਸਾਨ ਹੈ। ਕਿਸਾਨ ਬਣ ਤੋਰਿਆ ਫਿਰ ਪੂਰਾ ਜਹਾਨ ਹੈ। ਸਭ ਨੂੰ ਪਹਿਲਾਂ ਕਿਸਾਨੀ ਕਰਨੀ ਸ਼ੁਰੂ ਕੀਤੀ ਸੀ ਅਸੀਂ, ਅਤੇ ਹੁਣ ਜੇ ਆਪਾਂ ਕਿਸਾਨਾਂ ਦਾ ਹੀ
ਤਿਰਸਕਾਰ ਕਰੀ ਜਾਵਾਂਗੇ, ਡਿਸਰਿਸਪੈਕਟ ਕਰੀ ਜਾਵਾਂਗੇ, ਦੈਨ ਡੈਫੀਨੇਟਲੀ ਵੀ ਹੈਵ ਟੂ ਫੇਸ ਸਮਥਿੰਗ ਇਨ ਆ ਲਾਈਫ। ਅਤੇ ਇਹ ਕਿਵੇਂ ਹੈ, ਜਰਾ ਸੋਚ ਕੇ ਤੁਸੀਂ ਦੇਖੋ, ਜਦੋਂ ਬੰਦਾ ਅਸਲ 'ਚ ਬੰਦਾ ਬਣਿਆ, ਜਰਾ ਸੋਚ ਕੇ ਤੁਸੀਂ ਦੇਖੋ, ਜਦੋਂ ਬੰਦਾ ਅਸਲ 'ਚ ਬੰਦਾ ਬਣਿਆ, ਕੋਈ ਕਾਰ ਨਹੀਂ ਸੀ, ਕੋਈ ਸਰਕਾਰ ਨਹੀਂ ਸੀ, ਬੰਦੇ ਜਿਹੇ ਜਾਨਵਰ ਤੋਂ ਇਨਸਾਨ ਕਿਵੇਂ ਜਣਿਆ। ਦੁਨੀਆ ਚਲਾਉਣ ਲਈ ਇਨਸਾਨ ਬਣਿਆ ਕਿਸਾਨ ਹੈ, ਕਿਸਾਨ ਬਣ ਤੋਰਿਆ ਫਿਰ ਪੂਰਾ ਜਹਾਨ ਹੈ। ਉਹ ਉੱਪਰ ਵਾਲਾ ਹੈ ਧਨੀ, ਉਹ ਉੱਪਰ ਵਾਲਾ ਹੈ ਧਨੀ, ਜਿਹਨੇ ਭੇਜਿਆ ਕਿਸਾਨ ਹੈ, ਜੋ ਇਕੱਲਾ ਪੰਜਾਬ ਨਹੀਂ ਚਲਾਉਂਦਾ, ਚਲਾਉਂਦਾ ਪੂਰਾ ਹਿੰਦੁਸਤਾਨ ਹੈ। ਉਹ ਇੱਕ ਕਿਸਾਨ ਹੈ। ਇਹ ਕੁਝ ਕੁ ਲਾਈਨਾਂ ਥੋੜ੍ਹੀ ਦੇਰ ਪਹਿਲਾਂ ਹੀ ਮੈਂ ਕਿਸਾਨਾਂ ਲਈ ਲਿਖੀਆਂ ਸੀ। ਹੋਪ ਕਿ ਤੁਹਾਨੂੰ ਇਹ ਲਾਈਨਾਂ ਪਸੰਦ ਆਈਆਂ ਹੋਣਗੀਆਂ। ਗੱਲ ਪਸੰਦ ਕਰਨ ਦੀ ਨਹੀਂ ਹੈ, ਗੱਲ ਸਮਝਣ ਦੀ ਹੈ ਕਿ ਤਿਰਸਕਾਰ ਕਿਸ ਕੌਮ ਦਾ ਕਰ ਰਹੇ ਹਾਂ ਅਸੀਂ, ਜਿਹਦੇ 'ਤੇ ਬੇਸਡ ਪੂਰੀ ਧਰਤੀ ਹੈ, ਜਿਹਨੇ ਪੂਰੇ ਸੰਸਾਰ ਨੂੰ ਚਲਾਉਣਾ। ਜੇ ਆਪਾਂ ਉਹਨੂੰ ਸੜਕਾਂ 'ਤੇ ਰੋਲਣਾ, ਠੰਡਾਂ 'ਚ ਬਿਠਾਉਣਾ, ਸਾਡੇ ਵਰਗਾ ਮੂਰਖ ਪੁਰਾਣੀ ਦੁਨੀਆ 'ਤੇ ਹੈ ਨਹੀਂ ਕੋਈ। ਹੋ ਸਕਦਾ ਹੋਊਗਾ ਕਈ ਪੋਲੀਟੀਕਲ ਪਾਰਟੀਜ਼ ਆਪਣਾ ਮੁੱਦਾ ਲੈ ਕੇ ਉੱਥੇ ਪਹੁੰਚੀਆਂ ਹੋਣਗੀਆਂ, ਪਰ ਜੋ ਕਿਸਾਨ ਉੱਥੇ ਪਹੁੰਚਿਆ ਹੈ, ਤਿਰਸਕਾਰ ਉਹਦਾ ਵੀ ਹੋ ਰਿਹਾ, ਡਿਸਰਿਸਪੈਕਟ ਉਹਦੀ ਵੀ ਹੋ ਰਹੀ ਹੈ। ਤਾਂ ਸਾਡਾ ਫਰਜ਼ ਇਹ ਬਣਦਾ ਹੈ, ਲਾਈਕ ਪਰਟੀਕੁਲਰਲੀ ਜਿਨ੍ਹਾਂ ਨੂੰ ਹਿੰਦੀ ਆਉਂਦੀ ਹੈ ਜਾਂ ਅੰਗਰੇਜ਼ੀ ਆਉਂਦੀ ਹੈ, to all of them I request that one कि try to understand the situation and respect farmers, because you eat something just because of them, and if they are going to suffer like this, and if you feel so they are eating pizza or something, that's none of your business. If they can make food for you, they can eat anything, and we are none to stop them. ਆਪਾਂ ਕੋਈ ਵੀ ਨਹੀਂ ਹੁੰਦੇ ਉਹਨਾਂ ਨੂੰ ਰੋਕਣ ਵਾਲੇ ਕਿ ਸਾਡੀ ਔਕਾਤ ਹੀ ਨਹੀਂ ਹੈ। ਇਸ ਕਰਕੇ ਰਿਸਪੈਕਟ ਫਾਰਮਰਸ, ਆਮ ਵਿਦ ਦੈਮ, ਆਲ ਆਫ ਅਸ ਆਰ, ਆਪਾਂ ਸਾਰੇ ਉਹਨਾਂ ਦੇ ਨਾਲ। ਅਤੇ ਪਲੀਜ਼ ਜੋ ਉਹਨਾਂ ਦੀ ਇੱਛਾਵਾਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ। ਅਤੇ ਜੇ ਕੋਈ ਬਿੱਲ ਸਾਡੇ ਦੇਸ਼ ਨੂੰ ਅਲੱਗ ਕਰ ਰਿਹਾ, ਤੋੜ ਰਿਹਾ, ਮੇਰੇ ਹਿਸਾਬ ਨਾਲ ਇੱਦਾਂ ਦਾ ਬਿੱਲ ਉੱਦਾਂ ਹੀ ਹੱਥਾਂ ਨਾਲ ਪਾੜ ਦੇਣਾ ਚਾਹੀਦਾ। ਕੋਈ ਲੋੜ ਨਹੀਂ ਇੱਦਾਂ ਦੇ ਬਿੱਲ ਦੀ। ਸਤਿ ਸ਼੍ਰੀ ਅਕਾਲ।